ਪਿਆਰੇ ਵਿਦਿਆਰਥੀਓ, ਅੱਜ ਅਸੀਂ ਸੂਫੀ ਕਾਵਿਧਾਰਾ ਦੇ ਸਿਰਮੌਰ ਸ਼ਾਇਰ ਬੁੱਲੇ ਸ਼ਾਹ ਦੀ ਦੂਸਰੀ ਕਾਫੀ ਇੱਕ ਅਲਫ ਪੜ੍ਹੋ ਛੁਟਕਾਰਾ ਹੈ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਸਾਈਂ ਬੁੱਲੇ ਸ਼ਾਹ ਜੋ ਕਿ ਇੱਕੋ ਇੱਕ ਅਜਿਹੇ ਸੂਫੀ ਸ਼ਾਇਰ ਹਨ ਜਿਨ੍ਹਾਂ ਨੇ ਸ਼ਰ੍ਹਾ ਦਾ ਬੜੇ ਕਰੜੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਹੈ, ਭਾਵ ਧਾਰਮਿਕ ਆਡੰਬਰਾਂ ਦਾ ਖੰਡਨ ਕੀਤਾ ਹੈ, ਦਿਖਾਵੇ ਦਾ ਉਹਨਾਂ ਨੇ ਖੰਡਨ ਕੀਤਾ ਹੈ। ਇਸ ਲਈ ਉਹ ਮਨੁੱਖ ਨੂੰ ਪ੍ਰੇਰਨਾ ਦੇ ਰਹੇ ਹਨ ਕਿ ਹੇ ਮਨੁੱਖ, ਇਸ ਸੰਸਾਰ 'ਤੇ ਆਉਣ ਤੋਂ ਬਾਅਦ ਜੇਕਰ ਤੂੰ ਮੰਨਣਾ ਹੈ, ਅਮਲ ਕਰਨਾ ਹੈ, ਤਾਂ ਸਿਰਫ ਉਸ ਇੱਕ ਨੁਕਤੇ 'ਤੇ ਯਾਨੀ ਕਿ ਉਸ ਅਲਫ ਜੋ ਕਿ ਫਾਰਸੀ ਦੀ ਲਿਪੀ ਦਾ ਪਹਿਲਾ ਅੱਖਰ ਹੈ ਅਲਫ ਤੋਂ ਭਾਵ ਹੈ ਇੱਕ, ਯਾਨੀ ਕਿ ਇਸ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਜੋ ਹੈ ਉਹ ਇੱਕ ਹੈ, ਪਰਮ ਪਿਤਾ ਪਰਮਾਤਮਾ ਜੋ ਅੱਲਾ ਹੈ, ਵਾਹਿਗੁਰੂ ਗੋਡ ਜੋ ਵੀ ਹੈ ਉਹ ਇੱਕ ਹੈ। ਮਨੁੱਖ ਤੈਨੂੰ ਉਸੇ ਦੀ ਅਰਾਧਨਾ ਕਰਨੀ ਚਾਹੀਦੀ ਹੈ। ਬਾਕੀ ਦੁਨਿਆਵੀ ਧਰਮਾਂ ਦੇ ਵਿੱਚ ਤੂੰ ਫਸ ਕੇ ਵਹਿਮਾਂ ਭਰਮਾਂ ਦੇ ਵਿੱਚ ਆਡੰਬਰਾਂ ਦੇ ਵਿੱਚ ਬੁਰੀ ਤਰ੍ਹਾਂ ਜਕੜ ਚੁੱਕਾ ਹੈ, ਜਿਸ ਸਦਕਾ ਤੇਰਾ ਨਫਾ ਨਹੀਂ ਬਲਕਿ ਨੁਕਸਾਨ ਹੋ ਰਿਹਾ ਹੈ। ਇਸ ਲਈ ਉਹ ਮਨੁੱਖ ਨੂੰ ਉਸ ਸਿਰਜਣਹਾਰ ਜੋ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਉਸ ਦੀ ਅਰਾਧਨਾ ਦੇ ਵਿੱਚ ਜੁੜਨ ਦੇ ਲਈ ਪ੍ਰੇਰਿਤ ਕਰਦੇ ਹੋਏ ਕਹਿ ਰਹੇ ਹਨ ਕਿ ਇੱਕ ਅਲਫ ਪੜ੍ਹੋ ਛੁਟਕਾਰਾ ਹੈ। ਜੇਕਰ ਉਸ ਸ੍ਰਿਸ਼ਟੀ ਦੇ ਸਿਰਜਣਹਾਰ ਇੱਕ ਨੂੰ ਤੁਸੀਂ ਜਾਣ ਲਵੋ, ਉਸ ਨੂੰ ਸਹੀ ਅਰਥਾਂ ਦੇ ਵਿੱਚ ਸਮਝ ਲਵੋ, ਤਾਂ ਤੁਹਾਡਾ ਇਸ ਸੰਸਾਰ ਤੋਂ ਦੁਨਿਆਵੀ ਜੋ ਦੁੱਖਾਂ ਤਕਲੀਫਾਂ ਜੋ ਕਸ਼ਟ ਨੇ ਉਹਨਾਂ ਤੋਂ ਛੁਟਕਾਰਾ ਹੋ ਸਕਦਾ ਹੈ। ਇੱਥੋਂ ਤੱਕ ਕਿ ਸੰਸਾਰਿਕ ਪੰਧ ਤੋਂ ਵੀ ਮੁਕਤੀ ਮਿਲ ਸਕਦੀ ਹੈ। ਇਸ ਅਲਫੋਂ 2 3 4 ਹੋਵੇ, ਕਿਉਂਕਿ ਸ੍ਰਿਸ਼ਟੀ ਦਾ ਸਿਰਜਣਹਾਰ ਉਹ ਆਪ ਹੈ, ਉਸੇ ਤੋਂ ਹੀ ਇੱਕ ਤੋਂ ਅਨੇਕ ਪੈਦਾ ਹੋਏ ਹਨ। ਇੱਥੋਂ ਤੱਕ ਕਿ ਅੱਜ ਲੱਖਾਂ ਕਰੋੜਾਂ ਜੀਵ ਜੰਤੂ ਹੋ ਗਏ ਹਨ ਧਰਤੀ 'ਤੇ, ਜਿਨ੍ਹਾਂ ਨੂੰ ਗਿਣਨਾ ਵੀ ਜੋ ਹੈ ਕਿਸੇ ਦੇ ਵੱਸ ਦੀ ਗੱਲ ਨਹੀਂ। ਉਹਨਾਂ ਦੀ ਸੰਖਿਆ ਬੇਸ਼ੁਮਾਰ ਹੈ, ਭਾਵ ਅਨੇਕਾਂ ਅਨੇਕ ਹਨ, ਅਸੰਖ ਹਨ, ਜੋ ਕਿਸੇ ਹਿਸਾਬ, ਕਿਸੇ ਗਿਣਤੀ, ਕਿਸੇ ਲੇਖੇ ਵਿੱਚ ਹੀ ਨਹੀਂ ਆ ਰਹੇ। ਇੱਕ ਅਲਫ ਦਾ ਨੁਕਤਾ ਨਿਆਰਾ ਹੈ। ਉਸ ਪਰਮ ਪਿਤਾ ਪਰਮਾਤਮਾ ਜੋ ਹੈ, ਜਿਹੜਾ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਉਹ ਦੈਵੀ ਸ਼ਕਤੀ ਕਹਿ ਲਓ, ਉਹ ਕੁਦਰਤੀ ਸ਼ਕਤੀ ਜਿਹੜਾ ਹੈ ਉਸ ਦੇ ਰਹੱਸ ਨੂੰ ਕੋਈ ਨਹੀਂ ਜਾਣ ਸਕਦਾ। ਉਹ ਉਸ ਦਾ ਰਹੱਸ ਜੋ ਸਿਰਫ ਉਹੀ ਜਾਣਦਾ ਹੈ ਜੋ ਬੜਾ ਵੱਖਰੀ ਕਿਸਮ ਦਾ ਹੈ, ਨਿਵੇਕਲੀ ਕਿਸਮ ਦਾ ਹੈ, ਬੜਾ ਅਨੋਖਾ ਜਿਹਾ ਹੈ, ਨਿਆਰਾ ਹੈ। ਔਰ ਜਿਹੜਾ ਉਸ ਨੂੰ ਸਮਝ ਲਏਗਾ, ਜਾਣ ਲਵੇਗਾ, ਉਸ ਦਾ ਇਸ ਸ੍ਰਿਸ਼ਟੀ ਦੇ ਉੱਪਰ ਜੋ ਹੈ ਇੱਕ ਤਰ੍ਹਾਂ ਦੇ ਨਾਲ ਆਗਮਨ ਸਫਲ ਹੋ ਜਾਵੇਗਾ। ਫਿਰ ਉਹ ਕਹਿ ਰਹੇ ਨੇ ਕਿ ਕਿਉਂ ਪੜ੍ਹਨਾ ਗੱਡ ਕਿਤਾਬਾਂ ਦੀ, ਕਿ ਹੇ ਮਨੁੱਖ, ਤੂੰ ਆਪਣੇ ਆਪ ਨੂੰ ਗਿਆਨਵਾਨ ਦਰਸਾਉਣ ਦੇ ਲਈ ਨਿਰੰਤਰ ਕਿਤਾਬਾਂ ਪੜ੍ਹ ਕੇ ਢੇਰ ਲਗਾਈ ਜਾ ਰਿਹਾ ਹੈ। ਗੱਡ ਕਿਤਾਬਾਂ ਦੀ, ਇੰਨੀਆਂ ਕਿਤਾਬਾਂ ਜਿਨ੍ਹਾਂ ਦੇ ਨਾਲ ਅੰਬਾਰ ਲੱਗ ਜਾਣ, ਭਾਵ ਗੱਡੇ ਭਰੇ ਜਾ ਸਕਦੇ ਹੋਣ, ਪਰ ਉਹਨਾਂ ਕਿਤਾਬਾਂ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਜਿੰਨੀ ਦੇਰ ਤੱਕ ਤੂੰ ਉਸ 'ਤੇ ਅਮਲ ਨਹੀਂ ਕਰਦਾ। ਭਾਵ ਜਿੰਨੇ ਵੀ ਸੰਸਾਰ 'ਤੇ ਧਰਮ ਹਨ, ਹਰ ਧਰਮ ਦਾ ਧਾਰਮਿਕ ਜੋ ਗ੍ਰੰਥ ਹੈ, ਹਰ ਅਨੁਯਾਈ ਜੋ ਹੈ, ਹਰ ਧਰਮ ਨੂੰ ਮੰਨਣ ਵਾਲਾ ਉਹਨਾਂ ਗ੍ਰੰਥਾਂ ਨੂੰ ਪੜ੍ਹਨ ਤੱਕ ਸੀਮਿਤ ਹੈ, ਉਹਨਾਂ 'ਤੇ ਅਮਲ ਕਰਨ ਵੱਲ ਉਸ ਦਾ ਧਿਆਨ ਨਹੀਂ ਹੈ, ਜਿਸ ਸਦਕਾ ਇੱਕ ਤਰ੍ਹਾਂ ਦੇ ਨਾਲ ਉਹ ਨਿਰੰਤਰ ਬੁਰਾਈਆਂ ਦਾ ਭਾਗੀ ਬਣਦਾ ਜਾ ਰਿਹਾ ਹੈ, ਜਿਸ ਸਦਕਾ ਸਿਰ ਚਾਹੀਆ ਪੰਡ ਅਜ਼ਾਬਾਂ ਦੀ, ਉਸ ਦੇ ਸਿਰ ਦੇ ਉੱਪਰ ਇੱਕ ਤਰ੍ਹਾਂ ਦੇ ਨਾਲ ਦੁੱਖਾਂ ਦੇ ਪਹਾੜ ਟੁੱਟ ਰਹੇ ਹਨ। ਹੁਣ ਹੋਈ ਆ ਸ਼ਕਲ ਜਲਾਦਾਂ ਦੀ, ਭਾਵ ਘੁੰਮਣ ਘੇਰੀਆਂ ਦੇ ਵਿੱਚ ਫਸਿਆ ਹੋਇਆ, ਨਿਰੰਤਰ ਉਲਝਿਆ ਹੋਇਆ ਇਨਸਾਨ ਜੋ ਹੈ, ਉਸ ਦੀ ਸ਼ਕਲ ਦੁੱਖਾਂ ਪਰੇਸ਼ਾਨੀਆਂ ਸਦਕਾ ਜਲਾਦਾਂ ਵਰਗੀ ਹੋ ਚੁੱਕੀ ਹੈ। ਅੱਗੇ ਪੈਂਡਾ ਮੁਸ਼ਕਿਲ ਪਾਰਾ ਹੈ। ਜੇਕਰ ਉਹ ਆਪਣੇ ਵਰਤਮਾਨ ਨੂੰ ਹੀ ਸੁਧਾਰ ਨਹੀਂ ਸਕਿਆ ਤੇ ਉਹ ਭਵਿੱਖ ਨੂੰ ਕਿਸ ਤਰ੍ਹਾਂ ਬਚਾ ਸਕਦਾ ਹੈ, ਕਿਉਂਕਿ ਆਉਣ ਵਾਲਾ ਸਮਾਂ ਜੋ ਹੈ, ਇਹ ਮਨੁੱਖ ਤੇਰੀ ਜ਼ਿੰਦਗੀ ਦੇ ਵਿੱਚ ਹੋਰ ਵੀ ਮੁਸ਼ਕਿਲਾਂ ਭਰਿਆ ਹੈ। ਇਸ ਲਈ ਵਰਤਮਾਨ ਦੇ ਵਿੱਚ ਕੋਈ ਚੰਗੀ ਸੋਚ ਬਣਾਏਗਾ, ਕੋਈ ਚੰਗੇ ਕਰਮ ਕਰੇਗਾ, ਉਹਨਾਂ 'ਤੇ ਅਮਲ ਕਰੇਗਾ, ਤਾਂ ਹੀ ਤੇਰਾ ਭਵਿੱਖ ਜੋ ਹੈ ਸੁਰੱਖਿਅਤ ਹੋ ਸਕਦਾ ਹੈ। ਕਿਉਂਕਿ ਕਿਸੇ ਵਿਦਵਾਨ ਸ਼ਾਇਰ ਨੇ ਵੀ ਕਿਹਾ ਹੈ ਕਿ ਜੇਕਰ ਤੁਸੀਂ ਵਰਤਮਾਨ ਨੂੰ ਬੰਦੂਕ ਦੇ ਨਾਲ ਨਸ਼ਟ ਕਰੋਗੇ ਤਾਂ ਭਵਿੱਖ ਤੁਹਾਨੂੰ ਤੋਪ ਦੇ ਨਾਲ ਉਡਾਉਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਸਾਈਂ ਬੁੱਲੇ ਸ਼ਾਹ ਨੇ ਮਨੁੱਖ ਨੂੰ
ਚੰਗੇ ਕਰਮ ਕਰਨ ਦੇ ਲਈ, ਉਹਨਾਂ 'ਤੇ ਅਮਲ ਕਰਨ ਦੇ ਲਈ ਪ੍ਰੇਰਨਾ ਦਿੱਤੀ ਹੈ। ਫਿਰ ਉਹ ਕਹਿ ਰਹੇ ਹਨ ਕਿ ਬਣ ਹਾਫਿਜ਼ ਹਿਫਜ਼ ਕੁਰਾਨ ਕਰੇ, ਕਿ ਇਹ ਮਨੁੱਖ ਇਸ ਧਰਤ 'ਤੇ ਆ ਕੇ ਤੂੰ ਧਰਮਾਂ ਦੇ ਖਲਜਗਨ ਦੇ ਵਿੱਚ ਇੰਨਾ ਫਸ ਚੁੱਕਿਆ ਹੈ ਕਿ ਬਣ ਹਾਫਿਜ਼ ਹਿਫਜ਼ ਕੁਰਾਨ ਕਰੇ, ਕਿਉਂਕਿ ਧਰਮ ਮਨੁੱਖ ਨੂੰ ਮਨੁੱਖਤਾ ਦੇ ਲਈ ਚੰਗੇ ਕਰਮ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ। ਪਰ ਮਨੁੱਖ ਜੋ ਹੈ ਉਹਨਾਂ ਧਰਮਾਂ ਦੀਆਂ ਚੰਗੀਆਂ ਸਿੱਖਿਆਵਾਂ 'ਤੇ ਅਮਲ ਕਰਨ ਦੀ ਥਾਵੇਂ ਮਨਮਤ ਹੁੰਦਾ ਜਾ ਰਿਹਾ ਹੈ। ਆਪਣੀ ਮਨ ਮਰਜ਼ੀ ਸਦਕਾ ਧਰਮ ਦੇ ਨਾਮ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਕਲੰਕਿਤ ਕਰ ਰਿਹਾ ਹੈ। ਧਰਮ ਅਸਲ ਵਿੱਚ ਉਹੀ ਹੈ ਜੋ ਇਨਸਾਨ ਜਿਸ ਰੂਪ ਵਿੱਚ ਹੈ ਆਪਣੇ ਫਰਜ਼ਾਂ ਨੂੰ ਨਿਭਾਏ, ਪਰ ਮਨੁੱਖ ਫਰਜ਼ ਨਿਭਾਉਣ ਦੀ ਥਾਵੇਂ ਧਾਰਮਿਕ ਆਡੰਬਰਾਂ ਦੇ ਵਿੱਚ ਫਸਿਆ ਹੋਇਆ ਹੈ। ਇਸ ਲਈ ਸਾਈਂ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਬਣ ਹਾਫਿਜ਼ ਹਿਫਜ਼ ਕੁਰਾਨ ਕਰੇ। ਹਾਫਿਜ਼ ਇੱਕ ਧਾਰਮਿਕ ਪਦਵੀ ਹੈ ਜੋ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰਨ ਵਾਲੇ ਨੂੰ, ਹਿਫਜ਼ ਮੀਨ ਜ਼ੁਬਾਨੀ ਯਾਦ ਕਰ ਲੈਣ ਵਾਲੇ ਸ਼ਖਸ ਨੂੰ ਹਾਫਿਜ਼ ਦੀ ਪਦਵੀ ਪ੍ਰਾਪਤ ਹੁੰਦੀ ਹੈ। ਬੁੱਲੇ ਸ਼ਾਹ ਕਹਿ ਰਹੇ ਨੇ ਕਿ ਤੂੰ ਹਾਫਿਜ਼ ਤਾਂ ਬਣ ਗਿਆ ਹੈ, ਕੁਰਾਨ ਸ਼ਰੀਫ ਵੀ ਜ਼ੁਬਾਨੀ ਯਾਦ ਕਰ ਲਈ ਹੈ, ਪੜ੍ਹ ਕੇ ਸਾਫ਼ ਜ਼ੁਬਾਨ ਕਰੇ, ਪਰ ਸਿਰਫ ਉਸ ਨੂੰ ਪੜ੍ਹ ਰਿਹਾ ਹੈ, ਜ਼ੁਬਾਨ ਦੇ ਨਾਲ ਪੜ੍ਹ ਰਿਹਾ ਹੈ, ਦਿਲੋਂ ਉਸ ਨੂੰ ਮੰਨ ਨਹੀਂ ਰਿਹਾ, ਸਵੀਕਾਰ ਨਹੀਂ ਕਰ ਰਿਹਾ, ਉਸ ਦੀਆਂ ਸਿੱਖਿਆਵਾਂ 'ਤੇ ਅਮਲ ਨਹੀਂ ਕਰ ਰਿਹਾ। ਫਿਰ ਨਿਆਮਤ ਵਿੱਚ ਧਿਆਨ ਕਰੇ, ਭਾਵ ਤੇਰਾ ਮਨ ਤਾਂ ਜਿਹੜਾ ਹੈ ਉਹ ਦੁਨਿਆਵੀ ਵਿਸ਼ੇ ਵਿਕਾਰਾਂ ਦੇ ਵਿੱਚ, ਨਿਆਮਤਾਂ ਦੇ ਵਿੱਚ, ਸੁੱਖ ਸਹੂਲਤਾਂ ਦੇ ਵਿੱਚ ਉਲਝਿਆ ਹੋਇਆ ਹੈ। ਜੇਕਰ ਤੂੰ ਸੱਚਾ ਧਰਮੀ ਇਨਸਾਨ ਹੈ ਤਾਂ ਤੂੰ ਆਪਣੇ ਫਰਜ਼ 'ਤੇ ਇੱਕ ਤਰ੍ਹਾਂ ਦੇ ਨਾਲ ਫੋਕਸ ਕਰੇਗਾ। ਆਪਣੇ ਫਰਜ਼ ਜੋ ਹੈ ਉਹਨਾਂ ਨੂੰ ਬੜੀ ਸੁਚੱਜੇ ਢੰਗ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰੇਗਾ। ਤੂੰ ਕਰਮ ਕਰੇਗਾ, ਫਲ 'ਤੇ ਧਿਆਨ ਨਹੀਂ ਦੇਵੇਂਗਾ। ਮਨ ਫਿਰਦਾ ਜਿਉਂ ਹਲਕਾਰਾ ਹੈ, ਪਰ ਤੇਰਾ ਮਨ ਤਾਂ ਜੋ ਹੈ ਧਾਰਮਿਕ ਹੋਣ ਦੇ ਬਾਵਜੂਦ ਵੀ ਭਟਕ ਰਿਹਾ ਹੈ, ਹਲਕਾਰੇ ਵਾਂਗ ਇੱਕ ਤਰ੍ਹਾਂ ਦੇ ਨਾਲ ਨਿਯੰਤਰਣ ਦੇ ਵਿੱਚ ਨਹੀਂ ਹੈ, ਕੰਟਰੋਲ ਦੇ ਵਿੱਚ ਨਹੀਂ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਉਲਝਿਆ ਹੋਇਆ ਹੈ। ਬੁੱਲਾ ਬੀ ਬੋੜ ਦਾ ਬੋਇਆ ਸੀ, ਉਹ ਬਿਰਛ ਵੱਡਾ ਚਾ ਹੋਇਆ ਸੀ। ਸਾਈਂ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਹੇ ਮਨੁੱਖ, ਇਸ ਸੰਸਾਰ ਦੇ ਵਿੱਚ ਆ ਕੇ ਜਿਸ ਤਰ੍ਹਾਂ ਇੱਕ ਬੋੜ ਦਾ ਰੁੱਖ ਲਾਇਆ ਜਾਂਦਾ ਹੈ, ਬੋੜ ਦਾ ਰੁੱਖ ਇੰਨਾ ਵਿਸ਼ਾਲ ਹੋ ਜਾਂਦਾ ਹੈ, ਬੋੜ ਇੰਨੇ ਲੰਮੇ ਚੌੜੇ ਖੇਤਰ ਦੇ ਵਿੱਚ ਫੈਲ ਜਾਂਦਾ ਹੈ ਕਿ ਉਸ ਦੇ ਹੇਠ ਕੋਈ ਵੀ ਹੋਰ ਰੁੱਖ ਆਕਾਰ ਗ੍ਰਹਿਣ ਨਹੀਂ ਕਰ ਸਕਦਾ। ਠੀਕ ਇਸੇ ਤਰ੍ਹਾਂ ਤੇਰੇ ਹਿਰਦੇ ਦੇ ਵਿੱਚ ਇੱਕ ਹੰਕਾਰ ਦਾ ਬੀਜ ਜੋ ਬੀਜਿਆ ਗਿਆ ਹੈ, ਉਹ ਬੋੜ ਦੇ ਰੁੱਖ ਵਾਂਗ ਇੰਨਾ ਜ਼ਿਆਦਾ ਫੈਲ ਗਿਆ ਹੈ, ਜਿਸ ਸਦਕਾ ਤੇਰੇ ਆਪੇ ਦਾ ਵਿਕਾਸ ਨਹੀਂ ਹੋ ਪਾ ਰਿਹਾ। ਉਹ ਬਿਰਛ ਵੱਡਾ ਚਾ ਹੋਇਆ ਹੈ, ਭਾਵ ਤੇਰੇ ਹਿਰਦੇ ਦੇ ਵਿੱਚ ਹੰਕਾਰ ਰੂਪੀ ਰੁੱਖ ਜੋ ਹੈ ਬਹੁਤ ਵੱਡਾ ਆਕਾਰ ਗ੍ਰਹਿਣ ਕਰ ਗਿਆ ਹੈ। ਜਦ ਫਿਰ ਬਿਰਛ ਉਫਾਨੀ ਹੋਇਆ ਸੀ, ਫਿਰ ਰਹਿ ਗਿਆ ਬੀ ਆਕਾਰਾ ਹੈ। ਜਿਸ ਤਰ੍ਹਾਂ ਰੁੱਖ ਜੋ ਹੈ ਜੇਕਰ ਨਸ਼ਟ ਹੋ ਵੀ ਜਾਵੇ ਤਾਂ ਉਸ ਦੇ ਬੀਜਾਂ ਤੋਂ ਹੋਰ ਬੀਜ ਜਿਹੜੇ ਨੇ ਉਹ ਰੁੱਖ ਉਹਨਾਂ ਤੋਂ ਤਿਆਰ ਹੋ ਜਾਂਦੇ ਨੇ। ਠੀਕ ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੋਂ ਧਨ ਦੌਲਤ ਇੰਨੀ ਇਕੱਠੀ ਕਰ ਲਈ ਹੈ, ਇੰਨਾ ਜ਼ਿਆਦਾ ਉਸ ਦੇ ਵਿੱਚ ਖੁੱਭ ਗਿਆ ਹੈ, ਜਿਸ ਸਦਕਾ ਤੇਰਾ ਨਾਸ਼ ਹੋ ਗਿਆ ਹੈ। ਪਰ ਉਹ ਜਿਹੜੀ ਧਨ ਦੌਲਤ ਹੈ ਇਸ ਫਾਨੀ ਸੰਸਾਰ ਦੇ ਉੱਪਰ ਹੀ ਮੌਜੂਦ ਹੈ, ਜਿਸ ਸਦਕਾ ਤੇਰਾ ਨਾਸ਼ ਹੋਇਆ ਹੈ। ਉਹ ਤਾਂ ਇਸੇ ਸੰਸਾਰ ਦੇ ਉੱਪਰ ਹੀ ਰਹਿ ਗਈ ਹੈ, ਪਰ ਤੂੰ ਇਸ ਸੰਸਾਰ ਤੋਂ ਰੁਖਸਤ ਕਰ ਗਿਆ ਹੈ। ਭਾਵ ਮਨੁੱਖ ਨੂੰ ਧਾਰਮਿਕ ਜੋ ਕਰਮ ਕਾਂਡ ਨੇ, ਦਿਖਾਵੇ ਨੇ ਜਾਂ ਪਦਾਰਥਕ ਖੁਸ਼ਹਾਲੀਆਂ ਹਨ, ਉਹਨਾਂ ਨਾਲ ਜੁੜਨ ਦੀ ਬਜਾਏ, ਉਹਨਾਂ ਨਾਲ ਮੋਹ ਕਰਨ ਦੀ ਬਜਾਏ, ਜੇਕਰ ਇੰਨਾ ਮੋਹ ਉਹ ਉਸ ਸਿਰਜਣਹਾਰ ਦੇ ਨਾਲ ਕਰਦਾ, ਉਸ ਕੁਦਰਤ ਦੇ ਨਾਲ ਕਰਦਾ, ਆਪਣੇ ਆਪੇ ਦੇ ਨਾਲ ਕਰਦਾ, ਆਪਣੇ ਆਪੇ ਨੂੰ ਚੰਗੇ ਪਾਸੇ ਲਾਉਂਦਾ, ਅਤੇ ਉਸ ਦਾ ਇਸ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ। ਧੰਨਵਾਦ।